ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੇ ਅਲਟੀਮੇਟਮ ਦੇ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ। ਨਵਜੋਤ ਸਿੰਘ ਸਿੱਧੂ ਦੇ ਇਸ ਅਲਟੀਮੇਟਮ ਦੇ ਵਿੱਚ ਵਿਧਾਨ ਸਭਾ ਸੈਸ਼ਨ ਤੱਕ ਦਾ ਅਲਟੀਮੇਟਮ ਹੈ कि विधान सभा का सैशन बुलाया जाना है तो उस सैशन ਦੇ ਵਿੱਚ ਮੁੱਢ ਤੋਂ ਰੱਦ ਕੀਤੇ ਜਾਣਗੇ ਬਿਜਲੀ ਸਮਝੌਤੇ। STF ਦੀ ਰਿਪੋਰਟ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ। ਅਜਿਹਾ ਅਲਟੀਮੇਟਮ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦੇ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸਾਫ਼ ਤੌਰ ਦੇ ਉੱਤੇ ਬੋਲਦੇ ਹੋਏ ਵਿਖਾਈ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਨੇ ਮੁੜ ਤੋਂ ਤਰਥੱਲੀ ਪਾਈ ਹੈ। ਸਿੱਧੂ ਨੇ ਅਲਟੀਮੇਟਮ ਸਰਕਾਰ ਨੂੰ ਦਿੱਤਾ ਹੈ कि STF ਦੀ ਰਿਪੋਰਟ ਜਨਤਕ ਹੋਵੇ, ਖੇਤੀ ਕਾਨੂੰਨਾਂ ਅਤੇ PAA ਰੱਦ ਹੋਣ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਕਰ ਦਿਓ ਨਹੀਂ ਤਾਂ ਅਸੀਂ ਵਿਧਾਇਕ ਰਲ ਕੇ ਵੀ ਇਹਨਾਂ ਨੂੰ ਰੱਦ ਕਰ ਸਕਦੇ ਹਾਂ। ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਹੈ। ਇਸੇ ਸੈਸ਼ਨ ਦੇ ਵਿੱਚ ਬਿਜਲੀ ਦੇ ਸਮਝੌਤੇ ਰੱਦ ਹੋਣਗੇ। ਸਿੱਧੂ ਨੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਕੁਝ ਸਿੱਧੂ ਕਹਿ ਰਹੇ ਨੇ, ਪਹਿਲਾਂ ਉਹ ਸੁਣਦੇ ਹਾਂ, ਫਿਰ ਇਸ ਦੇ ਉੱਤੇ ਐਕਸਪਰਟ ਰਾਏ ਦੇ ਲਈ ਚੱਲਾਂਗੇ ਸਿੱਧਾ ਸੁਰਿੰਦਰ ਡੱਲਾ ਹੋਣਾ ਦੇ ਕੋਲ। हाई कोर्ट की रिपोर्ट ओपन हो या सुप्रीम कोर्ट की रिपोर्ट ओपन हो, एक खेती कानून एक समझौता ने इलीगल ने अनकॉन्स्टिट्यूशनल ने गैर कानूनी ने पंजाब के खेत कानून के उत्ते डाका ने साडे कानून बनाने के आधारां के उत्ते डाका ने ये भी रद्द होगा, ये भी रद्द होगा, 200% रद्द होगा। 100 नाल नहीं, ਅਸੀਂ ਵਿਧਾਨ ਸਭਾ ਦੇ ਵਿੱਚ ਆਪਦਾ ਕਾਨੂੰਨ ਬਣਾ ਕੇ ਕਹਾਂਗੇ ਵੀ ਟ੍ਰੇਡ ਐਂਡ ਕਮਰਸ ਦੀ ਆਪ ਦੇ ਵਿੱਚ ਤੁਸੀਂ ਪੰਜਾਬ ਦੇ ਫੈਡਰਲ ਸਟਰਕਚਰ ਦੇ ਉੱਤੇ ਡਾਕਾ ਨਹੀਂ ਮਾਰ ਸਕਦਾ। ਜਾਓ ਜਲੇਬੀਆਂ ਨੂੰ ਇਕੱਠੇ ਕਰਾਂਗੇ। ਜਿਉਂਦੇ ਜੀ ਐਤਕੀ ਮਤਾ ਪਊਗਾ ਔਰ ਸਾਰੇ ਪੰਜਾਬ ਦੇ ਸਾਹਮਣੇ ਰਿਪੋਰਟ ਖੋਲ੍ਹਣੀ ਖੇਤੀ ਕਾਨੂੰਨ ਰੱਦ ਹੋਣਗੇ। ਇਹ ਛੋਟਾ ਨਾਲ ਕੰਮ ਨਹੀਂ ਚੱਲਣਾ। ਖੇਤੀ ਕਾਨੂੰਨ ਰੱਦ ਹੋਣਗੇ। ਮੈਂ ਤੁਹਾਨੂੰ ਕਹਿ ਰਿਹਾ ਜਾਂ ਤਾਂ ਤੁਸੀਂ ਕਰ ਦਿਓ ਜਾਂ MLA ਕਰਨਗੇ। ਡੱਲਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਅਲਟੀਮੇਟਮ ਦੇ ਦਿੱਤਾ, ਇਸ ਅਲਟੀਮੇਟਮ ਨੂੰ ਕਿੱਦਾਂ ਵੇਖ ਰਹੇ ਹੋ? ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜਾਂ ਤਾਂ ਸਮਝੌਤੇ ਤੁਸੀਂ ਰੱਦ ਕਰ ਦਿਓ ਨਹੀਂ ਤਾਂ ਵਿਧਾਇਕਾਂ ਦੇ ਨਾਲ ਰਲ ਕੇ ਰੱਦ ਹੋ ਸਕਦੇ ਨੇ। ਗਗਨ, ਇਹ ਬਹੁਤ ਵੱਡਾ ਸਿਆਸੀ ਘਟਨਾਕ੍ਰਮ ਹੈ। ਦੇਖੋ, ਆਪਾਂ ਕੱਲ ਵੀ ਗੱਲ ਕੀਤੀ ਸੀ ਔਰ ਮੈਂ ਕਈ ਦਿਨਾਂ ਤੋਂ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਥੋੜੇ ਦਿਨ ਹੀ ਇੰਤਜ਼ਾਰ ਕਰੂਗਾ, ਉਸ ਤੋਂ ਬਾਅਦ ਆਪਣੇ ਅਸਲੀ ਰੰਗ 'ਚ ਆਊਗਾ। ਸੋ ਹੁਣ ਨਵਜੋਤ ਸਿੰਘ ਸਿੱਧੂ ਧੂਆਂਧਾਰ ਸਿਆਸੀ ਬੈਟਿੰਗ ਕਰਨਗੇ। ਸੋ ਜਿਹੜਾ ਤੁਸੀਂ ਭਾਸ਼ਣ ਸੁਣਾਇਆ ਇੱਕ ਸਮਾਗਮ 'ਚ ਨਵਜੋਤ ਸਿੰਘ ਸਿੱਧੂ ਬੋਲੇ ਸੀ, ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵੱਡੀ ਚੁਣੌਤੀ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਦੇਣਗੇ। ਭਾਵੇਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਹੋਏ ਸੀ, ਮੁੜ ਆਏ, ਪਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਹ ਬਿਆਨ ਦੇਤਾ ਕਿ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਬੁਲਾਏ, STF ਦੀ ਰਿਪੋਰਟ ਜਨਤਕ ਕਰੇ, ਖੇਤੀ ਕਾਨੂੰਨ ਰੱਦ ਕਰੇ ਔਰ ਵੱਖ-ਵੱਖ ਮਸਲੇ ਨੇ, ਬਿਜਲੀ ਸਮਝੌਤੇ ਰੱਦ ਕਰੇ ਵਿਧਾਨ ਸਭਾ ਦੇ ਵਿੱਚ। ਦੇਖੋ, ਵਿਧਾਨ ਸਭਾ ਉਹ ਥਾਂ ਹੈ ਜਿੱਥੇ ਕਾਨੂੰਨ ਬਣਦੇ ਨੇ। ਕੋਈ ਵੀ ਨਵਾਂ ਕਾਨੂੰਨ ਬਣਾ ਕੇ ਇਹਨਾਂ ਸਮਝੌਤਿਆਂ ਨੂੰ ਘੇਰਾ ਪਾਇਆ ਜਾ ਸਕਦਾ ਹੈ ਔਰ STF ਦੀ ਰਿਪੋਰਟ ਜਨਤਕ ਕੀਤੀ ਜਾ ਸਕਦੀ ਹੈ। ਇੱਕ ਪੁਲਿਸ ਅਫਸਰ ਨੇ, ਇੱਕ ਵੱਡੇ ਪੁਲਿਸ ਅਫਸਰ ਨੇ ਉਹ ਰਿਪੋਰਟ ਇਨਕੁਆਇਰੀ ਕੀਤੀ ਸੀ ਔਰ ਸੂਬੇ ਦੀ ਕੋਈ ਵੀ ਇਨਕੁਆਇਰੀ ਨਹੀਂ ਅਜਿਹੀ ਜਿਹੜੀ ਇਨਕੁਆਇਰੀ ਨੂੰ ਵਿਧਾਨ ਸਭਾ ਦੇ ਵਿੱਚ ਜਨਤਕ ਨਾ ਕੀਤਾ ਜਾ ਸਕਦਾ ਹੋਵੇ। ਹਾਂ, ਅਗਰ ਕੋਈ ਦਿੱਕਤਾਂ ਨੇ, ਕਾਨੂੰਨੀ ਮਸ਼ਵਰੇ ਲੈਣੇ ਨੇ, ਹਾਈ ਕੋਰਟ ਤੋਂ ਪੁੱਛ ਲਓ। ਸਰਕਾਰ ਪਟੀਸ਼ਨ ਪਾ ਕੇ ਹਾਈ ਕੋਰਟ ਤੋਂ ਪੁੱਛ ਲੇ ਵੀ ਕੀ ਅਸੀਂ ਇਹਨੂੰ ਵਿਧਾਨ ਸਭਾ 'ਚ ਜਨਤਕ ਕਰ ਲਈਏ। ਫਿਰ ਗੱਲ ਉਹੀ ਆ ਜਾਂਦੀ ਹੈ, ਜਿਹੜੀ ਨਿਆਂਪਾਲਕ ਹੈ ਉਹ ਆਮ ਤੌਰ 'ਤੇ ਵਿਧਾਨ ਪਾਲਕਾਂ ਦੇ ਰੋਜ਼ਮर्रा ਦੇ ਕੰਮਾਂ 'ਚ ਦਖਲ ਨਹੀਂ ਦਿੰਦੀ ਜਦ ਤੱਕ ਕੋਈ ਬਹੁਤ ਵੱਡੀ ਸੰਵਿਧਾਨਿਕ ਉਲੰਘਣਾ ਨਾ ਹੋਈ ਹੋਵੇ। ਹੁਣ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਬੁਲਾਇਆ ਜਾ ਸਕਦਾ। ਨਸ਼ੇ ਦਾ ਮੁੱਦਾ ਇਹੋ ਜਿਹਾ, ਪੰਜਾਬ ਦੀ ਜਵਾਨੀ ਗਰਕ ਗਈ, ਕਿੰਨੇ ਸਾਡੇ ਨੌਜਵਾਨ ਦੁਨੀਆ ਤੋਂ ਚਲੇ ਗਏ, ਕਿੱਡਾ ਗੈਰ ਕਾਨੂੰਨੀ ਵਪਾਰ ਹੈ ਪੈਸੇ ਦਾ। ਸੋ ਇਸ ਕਰਕੇ ਇਹ ਨਵਜੋਤ ਸਿੰਘ ਸਿੱਧੂ ਆਪਣੇ ਅਸਲ ਰੰਗ ਦੇ ਵਿੱਚ, ਸਿਆਸੀ ਰੰਗ ਦੇ ਵਿੱਚ ਖੇਡਣ ਲੱਗ ਗਏ ਨੇ ਔਰ ਪੰਜਾਬ ਨੂੰ ਨਿਸ਼ਚਿਤ ਤੌਰ ਦੇ ਉੱਤੇ ਆਉਂਦੇ ਦਿਨਾਂ ਦੇ ਵਿੱਚ ਵੱਡੇ ਸਿਆਸੀ ਜਿਹੜੇ ਘਟਨਾਕ੍ਰਮ ਨੇ ਉਹ ਵੇਖਣ ਨੂੰ ਮਿਲਣਗੇ। ਗਗਨ, ਮੈਂ ਦੂਰ ਤੱਕ ਦੇਖ ਪਾ ਰਿਹਾ ਕਿ ਕੀ ਹੋ ਰਿਹਾ ਔਰ ਮੈਨੂੰ ਲੱਗਦਾ ਸਾਡੇ ਪੰਜਾਬੀ ਵੀ ਦੇਖ ਪਾ ਰਹੇ ਨੇ ਦੂਰ ਤੱਕ ਕਿ ਪੰਜਾਬ ਦੀ ਸਿਆਸਤ ਜਾ ਕਿੱਧਰ ਨੂੰ ਰਹੀ ਹੈ। ਸੋ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਘੇਰਾ ਪਾ ਰਹੇ ਸੀ ਵਿਰੋਧੀ ਧਿਰਾਂ ਦੇ ਲੀਡਰ, ਕਿ ਹੁਣ ਨਵਜੋਤ ਸਿੰਘ ਸਿੱਧੂ ਦਾ ਸਮਰਥਨ ਕਰਨਗੇ? ਹੁਣ ਸਵਾਲ ਵੱਡਾ ਇਹ ਹੈ ਕਿ ਆਮ ਆਦਮੀ ਪਾਰਟੀ, ਅਕਾਲੀ ਦਲ
ਪੰਜਾਬ ਦੀ ਬੀਜੇਪੀ ਕੀ ਅੱਜ ਨਵਜੋਤ ਸਿੰਘ ਸਿੱਧੂ ਦਾ ਉਹ ਸਮਰਥਨ ਕਰਨਗੇ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹ ਬਿਜਲੀ ਦੇ ਸਮਝੌਤੇ ਰੱਦ ਕੀਤੇ ਜਾਣ? ਕੀ ਅੱਜ ਅਕਾਲੀ ਦਲ ਬੀਜੇਪੀ ਜਿਨ੍ਹਾਂ ਦੇ ਰਾਜ ਦੇ ਵਿੱਚ ਨਸ਼ੇ ਨੇ ਬੁਲੰਦੀਆਂ ਛੂਹ ਲੀਆਂ, ਨਸ਼ੇ ਦੇ ਕਾਰੋਬਾਰ ਨੇ, ਕੀ ਅੱਜ ਅਕਾਲੀ ਦਲ ਇਹ ਮੰਗ ਦਾ ਸਮਰਥਨ ਕਰੂਗਾ ਨਵਜੋਤ ਸਿੰਘ ਸਿੱਧੂ ਦੀ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਤੇ ਜਿਹੜੀ ਰਿਪੋਰਟ ਹੈ STF ਦੀ ਉਹਨੂੰ ਜਨਤਕ ਕੀਤਾ ਜਾਵੇ? ਅੱਜ ਅਕਾਲੀ ਦਲ ਇਹ ਮੰਗ ਕਰਦੇ ਕਿ ਵਿਧਾਨ ਸਭਾ 'ਚ STF ਦੀ ਰਿਪੋਰਟ ਜਨਤਕ ਕੀਤੀ ਜਾਵੇ ਤੇ ਅਕਾਲੀ ਦਲ ਦਾ ਰੁਤਬਾ ਵੱਧ ਜਾਣਾ ਪੰਜਾਬ 'ਚ ਇੱਕੋ ਦਿਨ ਦੇ ਵਿੱਚ। ਸੋ ਗੱਲ ਇਹ ਆ ਵੀ ਸਟੈਂਡ ਲੈਣੇ ਪੈਂਦੇ ਨੇ ਪੋਲੀਟਿਕਸ ਦੇ ਵਿੱਚ। ਔਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਹ ਭਾਸ਼ਣ ਦਿੱਤਾ ਗਗਨ, ਜਿਹੜਾ ਤੁਸੀਂ ਸੁਣਾਇਆ ਹੈ, ਇਹਦਾ ਵੱਡਾ ਸਿਆਸੀ ਅਸਰ 2022 ਦੀਆਂ ਚੋਣਾਂ ਦੇ ਵਿੱਚ ਪਊਗਾ। ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਮੈਂ ਤਾਂ ਸੱਦਾ ਦਿੰਦਾ, ਯੂਨਾਈਟ ਹੋਣਾ ਚਾਹੀਦਾ ਪੰਜਾਬ ਦੇ ਹਿੱਤਾਂ 'ਚ। ਔਰ ਅੱਜ ਸਿੱਧੂ ਦੀ ਇਸ ਮੰਗ ਦਾ ਸਮਰਥਨ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਕਿ ਬੁਲਾਓ ਵਿਧਾਨ। ਹਾਲਾਂਕਿ ਉਹ ਪਹਿਲਾਂ ਵੀ ਉੱਕਾ ਦੁੱਕਾ ਮੰਗਾਂ ਕਰਦੇ ਨੇ, ਇਹੋ ਜਿਹੀ ਗੱਲ ਨਹੀਂ ਵੀ ਉਹਨਾਂ ਨੇ ਕਦੀ ਮੰਗ ਨਹੀਂ ਕੀਤੀ, ਪਹਿਲਾਂ ਵੀ ਉਹਨਾਂ ਨੇ ਮੰਗ ਕੀਤੀ ਹੈ। ਪਰ ਹੁਣ ਕਿਉਂਕਿ ਸਿੱਧੂ ਨੇ ਮੰਗ ਕਰਤੀ, ਹੁਣ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਸਟੈਂਡ ਕੀ ਰਹੂਗਾ ਇਹਦੇ ਤੇ ਨਜ਼ਰ ਮੈਂ ਬਣਾ ਕੇ ਰੱਖੂੰਗਾ। ਜੀ ਬਹੁਤ ਬਹੁਤ ਧੰਨਵਾਦ ਡਾਲਾ ਸਾਹਿਬ। ਤੇ ਉਧਰ ਕੈਪਟਨ ਸਿੱਧੂ ਵਿਵਾਦ ਨੂੰ ਸੁਲਝਾਉਣ ਦੇ ਲਈ ਹੁਣ ਹਾਈਕਮਾਨ ਅੱਗੇ ਆਈ ਹੈ। ਹਾਈਕਮਾਨ ਦੇ ਅੱਗੇ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਕਾਇਤ ਲਗਾਈ ਸੀ ਨਵਜੋਤ ਸਿੰਘ ਸਿੱਧੂ ਦੀ, ਜਿਸ ਸ਼ਿਕਾਇਤ ਤੋਂ ਬਾਅਦ ਹੁਣ ਸੋਨੀਆ ਗਾਂਧੀ ਦੇ ਵੱਲੋਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਤੇ ਇਹਨਾਂ ਹਦਾਇਤਾਂ ਨੂੰ ਲਾਗੂ ਕਰਵਾਉਣ ਦੇ ਲਈ ਪੰਜਾਬ ਦੇ ਵਿੱਚ ਅਗਲੇ ਹਫਤੇ ਹਰੀਸ਼ ਰਾਵਤ ਪਹੁੰਚ ਰਹੇ ਨੇ। ਇਸ ਗੱਲ ਦੇ ਸੰਕੇਤ ਖੁਦ ਰਾਜਕੁਮਾਰ ਵੇਰਕਾ ਨੇ ਦਿੱਤੇ ਨੇ। ਕੀ ਕੁਝ ਰਾਜਕੁਮਾਰ ਵੇਰਕਾ ਕਹਿ ਰਹੇ ਨੇ ਉਹ ਸੁਣੋ। मैं समझना कि कांग्रेस पार्टी के अंदर ये सारे लोग इकट्ठे चलणगे और कल सोनिया गांधी जी ने भी ये आदेश जारी किया है कि सब लोगों को मिलकर चलना पएगा और सब लोगों को इकट्ठियां चलना पएगा। और जिथे जिथे भी कमियां हरीश रावत जी अगले हफ्ते पंजाब में आएंगे वो दौरे के उपर, और जिथे कमियां नूं दुरुस्त करनगे हाईकमान का आदेश है। और मैं समझना कि असीं सारे एक प्लेटफार्म पर एक मंच पर सारे इकट्ठे चलांगे। अच्छा, आप वजह क्या मानते हैं कि जो गुट बने हुए हैं या आपस में विचार नहीं मिल रहे हैं, वजह क्या मानते हैं? देखिए यार, जब से जदों की सृष्टि चली है ना तो उदों दे गुट है, घरां दे विच भी गुट है, महल्लियां 'च भी गुट है, पिंडां 'च भी गुट है। और मैं समझना कि कांग्रेस पार्टी एडा बड़ा परिवार है, किते ना किते जिहड़े आपसी विचारां दी लड़ाई हुंदी है और उस जिथे संतुलन की कमी है उत्थे तुहानूं मैं कहा हरीश रावत जी आ रहे, जल्दी सारा कुछ ठीक होएगा और ऑल इज़ वेल होएगा। ਤੇ ਰੁਕ ਕਰਾਂਗੇ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਦੇ ਵੱਲ। ਜੀ ਹਾਂ, ਪੰਜਾਬ ਦੀ ਕੈਬਨਿਟ ਬੈਠਕ ਹੋਣ ਜਾ ਰਹੀ ਹੈ 16 ਅਗਸਤ ਨੂੰ। ਦੱਸ ਦਈਏ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਰੀਸ਼ਫਲ ਹੋਇਆ ਹੈ, ਭਾਵ ਕਿ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਕਾਂਗਰਸ ਦੇ ਵੱਲੋਂ ਨਿਯੁਕਤ ਕੀਤਾ ਗਿਆ ਹੈ ਜਾਂ ਫਿਰ ਉਸ ਦੇ ਨਾਲ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਜਾਂ ਹੋਰ ਜੋ ਵੀ ਹੁਣ ਤੱਕ ਹਲਚਲ ਕਾਂਗਰਸ ਦੇ ਵਿੱਚ ਹੋਈ ਹੈ, ਉਸ ਤੋਂ ਬਾਅਦ ਇਹ ਪਹਿਲੀ ਕੈਬਨਿਟ ਬੈਠਕ ਹੋਣ ਵਾਲੀ ਹੈ। ਇਸ ਕੈਬਨਿਟ ਬੈਠਕ ਦੇ ਵਿੱਚ ਵੱਡੇ ਤੌਰ ਦੇ ਉੱਤੇ ਵੱਖੋ ਵੱਖਰੇ ਫੈਸਲਿਆਂ ਦੇ ਉੱਤੇ ਚਰਚਾ ਹੋਏਗੀ। ਖਾਸ ਤੌਰ ਦੇ ਉੱਤੇ ਜਿਨ੍ਹਾਂ ਹਦਾਇਤਾਂ ਦੇ ਆਧਾਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀਆਂ ਸ਼ਿਕਾਇਤਾਂ ਲਗਾਈਆਂ ਗਈਆਂ ਸੀ, ਜਿਨ੍ਹਾਂ ਹਦਾਇਤਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਪਰਤੇ ਨੇ, ਉਹ ਸਾਰੀਆਂ ਹਦਾਇਤਾਂ ਮੰਤਰੀਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਣੀਆਂ ਨੇ ਇਸ ਮੀਟਿੰਗ ਦੇ ਵਿੱਚ। ਇਹ ਸਾਰੀ ਮੀਟਿੰਗ ਬਹੁਤ ਖਾਸ ਰਹੇਗੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਤੋਂ ਪਰਤਦੇ ਸਾਰ ਤੁਰੰਤ ਇਸ ਮੀਟਿੰਗ ਨੂੰ ਸੱਦਾ ਦਿੱਤਾ ਹੈ। 15 ਅਗਸਤ ਦੇ ਪ੍ਰੋਗਰਾਮ ਤੋਂ ਬਾਅਦ ਅਗਲੇ ਦਿਨ ਹੀ 16 ਅਗਸਤ ਨੂੰ ਇਹ ਕੈਬਨਿਟ ਦੀ ਮੀਟਿੰਗ ਰੱਖੀ ਗਈ ਹੈ, ਜਿਸ ਕੈਬਨਿਟ ਮੀਟਿੰਗ ਦੇ ਵਿੱਚ ਸਾਰੇ ਮੰਤਰੀ ਮੌਜੂਦ ਰਹਿਣ ਦੀ ਉਮੀਦ ਹੈ। ਇਸ ਮੀਟਿੰਗ ਦੇ ਵਿੱਚ ਸਾਰੇ ਮੰਤਰੀ ਮੌਜੂਦ ਰਹਿਣ ਤੋਂ ਭਾਵ ਹੈ ਕਿ ਸੁਖਜਿੰਦਰ ਰੰਧਾਵਾ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਕਿਉਂਕਿ ਸੁਖਜਿੰਦਰ ਜੋ ਰੰਧਾਵਾ ਨੇ ਲੰਮੇ ਸਮੇਂ ਤੋਂ ਨਾਰਾਜ਼ ਚੱਲਦੀ ਆ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਸੋ ਇਸ ਮੀਟਿੰਗ ਦੇ ਵਿੱਚ ਸੁਖਜਿੰਦਰ ਰੰਧਾਵਾ ਹੋ ਸਕਦੇ ਨੇ। ਇਸ ਮੀਟਿੰਗ ਦੇ ਵਿੱਚ ਚਰਨਜੀਤ ਚੰਨੀ ਦੇ ਹੋਣ ਦੀ ਵੀ ਪੂਰੀ ਉਮੀਦ ਬਣੀ ਹੋਈ ਹੈ ਤੇ ਇਸ ਦੇ ਵਿੱਚ ਰਜੀਆ ਸੁਲਤਾਨਾ ਵੀ ਹੋਣਗੇ। ਸੋ ਵੱਖ-ਵੱਖ ਜਿਹੜੇ ਵਿਧਾਇਕ ਤੇ ਮੰਤਰੀ ਨਾਰਾਜ਼ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਉਹ ਕੈਬਨਿਟ ਮੀਟਿੰਗ ਦੇ ਵਿੱਚ ਨਜ਼ਰ ਆ ਸਕਦੇ ਨੇ ਕਿਉਂਕਿ ਹਾਈ ਕਮਾਂਡ ਦੇ ਏਜੰਡੇ ਦੇ ਉੱਤੇ ਚਰਚਾ ਇਸ ਕੈਬਨਿਟ ਮੀਟਿੰਗ ਦੇ ਵਿੱਚ ਹੋ ਸਕਦੀ ਹੈ। ਸੋ 16 ਅਗਸਤ ਨੂੰ ਮੀਟਿੰਗ ਹੋਣ ਜਾ ਰਹੀ ਹੈ। ਉਸ ਮੀਟਿੰਗ ਦੇ ਵਿੱਚ ਕੈਬਨਿਟ ਕੀ ਫੈਸਲੇ ਲੈਂਦੀ ਹੈ, ਕਿਹਨਾਂ ਪ੍ਰਸਤਾਵਾਂ ਦੇ ਉੱਤੇ ਕੈਬਨਿਟ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ, ਇਹ ਸਾਰਾ 16 ਤਰੀਕ ਦੀ ਸ਼ਾਮ ਤੱਕ ਸਾਫ਼ ਹੋ ਜਾਏਗਾ। ਤੇ ਰੁਕ ਕਰਦੇ ਹਾਂ ਰਾਜ ਸਭਾ ਦੇ ਵੱਲ। ਰਾਜ ਸਭਾ ਦੇ ਵਿੱਚ ਬੀਤੇ ਦਿਨੀ ਹੰਗਾਮਾ ਵੇਖਣ ਨੂੰ ਮਿਲਿਆ, ਜਿਸ ਹੰਗਾਮੇ ਦੀਆਂ ਤਸਵੀਰਾਂ ਵੀ ਬਾਹਰ ਆਈਆਂ ਨੇ। ਰਾਜ ਸਭਾ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿ ਇਸ ਕਦਰ ਕੋਈ ਹੱਥੋਂ ਪਾਈ ਤੱਕ ਹੋਣ ਦੀ ਨੌਬਤ ਰਾਜ ਸਭਾ ਦੇ ਦਰਮਿਆਨ ਆਈ ਹੋਵੇ। ਰਾਜ ਸਭਾ ਦੇ ਵਿੱਚ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਤੇ ਇਹਨਾਂ ਘਟਨਾਵਾਂ ਤੋਂ ਬਾਅਦ ਰਾਜ ਸਭਾ ਦੇ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ, ਵੱਖੋ ਵੱਖਰੇ ਰਾਜ ਸਭਾ ਮੈਂਬਰਾਂ ਦੇ ਨਾਲ ਚਰਚਾ ਕੀਤੀ ਗਈ ਹੈ, ਉਹ ਸੁਣਦੇ ਹਾਂ। ਤੇ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਮੋਦੀ ਸਰਕਾਰ ਨੂੰ ਘੇਰਨ ਦੇ ਲਈ ਜਿਸ ਤਰ੍ਹਾਂ ਦੀ ਰਣਨੀਤੀ ਬਣਾਈ ਗਈ ਸੀ, ਉਸ ਰਣਨੀਤੀ ਦੇ ਉੱਤੇ ਵੀ ਰੁਕ ਕਰਾਂਗੇ। पहली बार राज्यसभा में सांसदों की पिटाई की गई है। बाहर से लोगों को बुलाकर नीली वर्दी में डालकर
सांसदों को धक्का मुक्की मारपीट की गई। और आप ये सवाल पूछ रहे हो कि स्पीकर को दुख हो रहा है, वाइस चेयरमैन को दुख हो रहा है। चेयरमैन की क्या जिम्मेदारी है? चेयरमैन की जिम्मेदारी हाउस को चलाने की है। चेयरमैन ने हाउस को पिछले दिनों में क्यों नहीं चलाया? स्पीकर ने क्यों नहीं चलाया? जो विपक्ष के दिल में बात है वो हम क्यों नहीं रख सकते हैं? इसका क्या जवाब है? मैं आपको बताता हूं। ठहर जाइए। मैं आपको बताता हूं, मैं आपको और हिंदुस्तान को बताता हूं यहां हाउस में कौन किस प्रकार से विपक्ष को रोक रहा है। हिंदुस्तान के प्रधानमंत्री, भाइयों और बहनों, युवाओं, जो आप घर में बंद हो आज, जो आपके फोन में पेगासस है, आप सुनिए, हिंदुस्तान का प्रधानमंत्री इस देश को बेचने का काम कर रहा है। समूचा विपक्ष मिलकर ये डिमांड कर रहा था कि पेगासस पे जो जासूसी आप सेना की करवा रहे हैं, जजेस की करवा रहे हैं, अपने केंद्रीय मंत्रिमंडल के साथियों की करवा रहे हैं, उस पर चर्चा की जाए। और किसान जो 8 महीने से बॉर्डर के ऊपर बैठे हुए हैं, 600 से ऊपर किसानों ने शहादत दे चुकी है, वो काले बिल वापस लेने पर चर्चा की जाए। परंतु सभापति ने एक बात नहीं मानी। सरकार इस बात पर एडामेंट थी कि इन पर चर्चा नहीं करेंगे और विपक्ष चाहती थी उन पर चर्चा हो। सरकार ने सारे बिल डिम में पास किए, लगभग 20-22 बिल पास किए, और मैं समझता हूं कि उस पर चर्चा का समय किसी को नहीं दिया गया। जब भी लोगों ने उस पर चर्चा करने की बात की, बीच में अगर किसान का नाम आया, जासूसी का नाम आया, तो सरकार ने कैमरे बंद कर दिए, माइक बंद कर दिए और सांसदों को बोलने का मौका नहीं दिया। सरकार क्या कह रही है, लगातार जो सत्र चला है वो सबने देखा है, पूरे देश ने देखा है, और पूरे देश ने देखा है कि आम आदमी पार्टी किसानों की आवाज़ उठाना चाहती थी, सरकार ने समय नहीं दिया। जासूसी कांड पे बात करना चाहती थी, सरकार ने समय नहीं दिया। तो ये तो जनता को फैसला करना है, जनता सुप्रीम है लोकतंत्र के अंदर, परंतु सरकार ये समझ रही है शायद कि सरकार सुप्रीम है। ये नज़रिए का फ़र्क है। ਤੇ ਰੁਕ ਕਰਦੇ ਹਾਂ ਵਿਰੋਧੀ ਧਿਰਾਂ ਦੇ ਵੱਲੋਂ ਬਣਾਈ ਗਈ ਰਣਨੀਤੀ ਦੇ ਵੱਲ। ਜੀ ਹਾਂ, ਬੀਤੇ ਦਿਨੀ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੁੱਧ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਦੇ ਤਹਿਤ ਸਾਰੇ ਵਿਰੋਧੀ ਧਿਰ ਦੇ ਰਾਜ ਸਭਾ ਤੇ ਲੋਕ ਸਭਾ ਮੈਂਬਰਾਂ ਦੇ ਵੱਲੋਂ ਰਲ ਕੇ ਇੱਕ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੇ ਵਿੱਚ ਪੈਦਲ ਮਾਰਚ ਸੀ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਮੰਗ ਕੀਤੀ ਗਈ ਹੈ। जिस तरह कोई किसी ਨੂੰ ਦਿਖਦਾ ਨਹੀਂ ਹੁੰਦਾ ਜਾਂ ਸੁਣਦਾ ਨਹੀਂ ਹੁੰਦਾ, ਇਹ ਸਰਕਾਰ ਬਿਲਕੁਲ ਉਹੀ ਜਿਹੀ ਹੈ। ਆਪੋਜੀਸ਼ਨ ਦੀ ਕੋਈ ਗੱਲ ਨਹੀਂ ਮੰਨ ਰਹੀ। ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਇਹ ਪਾਰਲੀਮੈਂਟ 'ਚ ਨਹੀਂ ਕਰਦੇ। ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਮਹਿੰਗਾਈ ਦੀ, ਉਦੋਂ ਪਾਰਲੀਮੈਂਟ 'ਚ, ਜਦੋਂ ਪੈਗਾਸਸ ਦੀ ਗੱਲ ਕਰੀਦੀ ਆ ਉਦੋਂ ਪਾਰਲੀਮੈਂਟ 'ਚ ਨਹੀਂ ਗੱਲ ਕਰਦੇ। ਇਹ ਬਾਹਰ ਆ ਕੇ ਗੱਲ ਸੁਣਦੇ ਨੇ। ਇਸ ਕਰਕੇ ਸਾਡੀ ਇੱਥੇ ਆਉਣਾ ਸਾਡਾ ਜ਼ਰੂਰੀ ਔਰ ਇੱਥੇ ਆਉਣੀ ਸਾਡੀ ਮਜਬੂਰੀ ਹੈ। ਬਾਹਰ ਆ ਕੇ ਅਸੀਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਕੇ ਸਰਕਾਰ ਦੇ ਖਿਲਾਫ ਡਿਮਾਂਡ ਕਰ ਰਹੇ ਨੇ, ਮੰਗ ਕਰ ਰਹੇ ਹਾਂ ਵੀ ਕਿਸਾਨਾਂ ਦਾ ਮਸਲਾ ਹੱਲ ਕਰੋ, ਤਿੰਨੇ ਕਾਨੂੰਨ ਕਾਲੇ ਵਾਪਸ ਲਵੋ, ਪੈਗਾਸਸ ਦੀ ਜਾਸੂਸੀ ਦਾ ਹਿਸਾਬ ਦੇਵੋ, ਇਹ ਕਿੰਨੇ ਪੈਸੇ ਕਿਹਨੂੰ ਦਿੱਤੇ ਗਏ ਨੇ, ਕੀ ਨਹੀਂ ਦਿੱਤੇ ਨੇ, ਇਹ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੀਆਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਵਿਰੋਧੀ ਪਾਰਟੀਆਂ ਇਕੱਠੇ ਹੋ ਕੇ ਜੋ ਅਸੀਂ ਪਾਰਲੀਮੈਂਟ ਦੇ ਵਿੱਚ ਮੰਗ ਉਠਾਈ ਥੀ ਕਿ ਕਾਲੇ ਕਾਨੂੰਨ ਵਾਪਸ ਲਓ, ਪੈਗਾਸਸ ਤੇ ਚਰਚਾ ਕਰਾਓ, ਮਹਿੰਗਾਈ ਤੇ ਚਰਚਾ ਕਰਾਓ, ਇਹ ਜਦ ਇਹਨਾਂ ਨੇ ਨਹੀਂ ਕੀਤੀ, ਕੱਲ ਸਾਈਨੇਡਾਈ ਕਰਤਾ, ਤਾਂ ਅਸੀਂ ਉਹਦੇ ਖਿਲਾਫ ਪ੍ਰੈਸ ਦੇ ਸਾਹਮਣੇ ਜਾ ਰਹੇ ਹਾਂ, ਕਿਉਂਕਿ ਇਹਨਾਂ ਨੇ ਲੋਕ ਸਭਾ ਟੈਲੀਵਿਜ਼ਨ ਉੱਤੇ ਵੀ ਨਹੀਂ ਦਿਖਾਇਆ ਕਿ ਸਾਡਾ ਪ੍ਰੋਟੈਸਟ ਕੀ ਹੈ, ਅਸੀਂ ਕੀ ਮੰਗ ਰਹੇ ਹਾਂ। ਪਹਿਲਾਂ ਸੈਨੇਡਾਈ ਐਡਜਰਨ ਕਰਤੀ ਪਾਰਲੀਮੈਂਟ ਵੀ, ਰਾਜ ਸਭਾ ਲੋਕ ਸਭਾ ਵੀ, ਔਰ 3 ਹਫ਼ਤੇ ਚੱਲਣੀ ਸੀ ਪ੍ਰੋਸੀਡਿੰਗ, ਜਿਹਦੇ ਵਿੱਚ ਸਾਰੀ ਆਪੋਜੀਸ਼ਨ ਲਗਾਤਾਰ ਮੰਗ ਕਰਦੀ ਰਹੀ ਹੈ ਕਿ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਵਾਪਸ ਲਿਆ ਜਾਏ, ਜਿਹੜੇ ਫਾਰਮ ਹੈ, ਜਿਹੜੀ ਜਸੂਸੀ ਵਾਲਾ ਪੈਗਾਸਸ ਹੈ ਉਸ 'ਤੇ ਚਰਚਾ ਹੋਵੇ, ਔਰ ਜੋ ਮਹਿੰਗਾਈ ਹੈ ਉਸ 'ਤੇ ਚਰਚਾ ਹੋਵੇ। ਪਰ ਇਹ ਸਰਕਾਰ ਨੇ ਬਿੱਲ ਲਿਆ ਕੇ ਬਲਡੋਜ਼ ਕੀਤੇ ਔਰ ਬਿਲਕੁਲ ਕਿਸੇ ਦੀ ਗੱਲ ਨਹੀਂ ਸੁਣੀ, ਔਰ ਧੱਕੇ ਦੇ ਨਾਲ ਜਿਹੜੇ ਬਿੱਲ ਪਾਸ ਕਰ ਲਏ ਔਰ ਉਸ ਨੂੰ ਐਡਜਰਨ ਕਰ ਦਿੱਤਾ ਹੈ। ਇਸ ਕਰਕੇ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ
ਇਹ ਪ੍ਰੋਟੈਸਟ ਕਰ ਰਹੀਆਂ। ਬਿਲਕੁਲ ਇਹ ਤਾਨਾਸ਼ਾਹ ਤਰੀਕੇ ਜੋ ਸਰਕਾਰ ਜਿਹੜੀ ਚੱਲੀ ਹੈ ਉਹਦੇ ਚੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਹ ਸੁਣਵਾਈ ਜਿਹੜੀ ਕਿ ਪਾਰਲੀਮੈਂਟ ਦੇ ਅੰਦਰ ਸਾਡੀ ਹੋਣੀ ਜ਼ਰੂਰੀ ਸੀ, ਨਾ ਕਿਸਾਨ ਦੇ ਮੁੱਦੇ ਤੇ, ਨਾ ਕਿਸਾਨ ਦੇ ਮੁੱਦੇ ਤੇ, ਨਾ ਮਹਿੰਗਾਈ ਦੇ ਮੁੱਦੇ ਤੇ, ਨਾ ਟੈਕਸਸ ਦੇ ਮੁੱਦੇ ਤੇ। 500 ਤੋਂ ਵੱਧ ਕਿਸਾਨ ਮਰ ਚੁੱਕੇ ਨੇ, ਉਹ ਜ਼ਿਆਦਾ ਜ਼ਰੂਰੀ ਸੀ। ਪਰ ਇਹਨਾਂ ਨੇ ਧੱਕੇ ਨਾਲ ਸਦਨ ਚਲਾਇਆ। ਸਾਰੀਆਂ ਪਾਰਟੀਆਂ ਬੈਲ 'ਚ ਨਾ, ਰਾਹੁਲ ਗਾਂਧੀ ਸਾਰੇ ਸਾਡੇ ਪਾਰਟੀ ਦੇ ਲੋਕ ਬੈਲ 'ਚ ਬੈਠੇ ਨੇ, ਸਾਰੇ ਲੋਕ ਮਤਲਬ ਧਰਨਾ ਦੇ ਰਹੇ ਨੇ, ਪਰ ਇਹਨਾਂ ਨੇ ਇੱਕ ਵੀ ਜਿਹੜੀ ਮੀਡੀਆ ਵਾ ਉਹਨੂੰ ਉੱਥੋਂ ਤੱਕ ਜਾਣ ਨਹੀਂ ਦਿੱਤਾ। ਲੋਕਾਂ ਦੀ ਇੱਕ ਹੀ ਵਿਚਾਰ ਕਰਦੇ ਰਹੇ, ਇਹ ਗੱਲ ਨਹੀਂ ਕਰ ਰਹੇ। ਅਸੀਂ ਐਡਜਰਨਮੈਂਟ ਨੋਟਿਸ ਦਿੰਦੇ ਸਾਂ, ਇਹ ਖਾਰਜ ਕਰੋ, ਕੰਮ ਬਾਅਦ 'ਚ ਕਰਿਓ, ਪਹਿਲਾਂ ਗੱਲ ਸੁਣ ਲਓ। ਇੱਕ ਸਦਨ ਪਵਿੱਤਰ ਸਦਨ ਹੈ ਜਿਹਦੇ 'ਚ ਲੋਕਾਂ ਨੇ ਗੱਲ ਰੱਖਣੀ ਹੁੰਦੀ ਆ, ਪਰ ਇਹਨਾਂ ਨੇ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ। ਅੱਜ ਸਾਡੇ ਰਾਹੁਲ ਗਾਂਧੀ ਸਾਰੇ ਲੀਡਰ ਜਿਹੜੇ ਆ, ਅਸੀਂ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ, ਅੱਜ ਸੈਸ਼ਨ ਤੋਂ ਬਾਅਦ ਵੀ। ਅਸੀਂ ਮਾਰਚ ਇਸ ਕਰਕੇ ਕੱਢਿਆ ਵਾ ਕਿ ਇਹਨਾਂ ਨੇ ਪਾਰਲੀਮੈਂਟ ਦੇ ਅੰਦਰ ਸੈਸ਼ਨ ਸਾਰਾ ਨਿਕਲ ਗਿਆ, ਸਾਡੀ ਕੋਈ ਗੱਲ ਨਹੀਂ ਸੁਣੀ। ਅਪੋਜੀਸ਼ਨ ਜਿਹੜੀ ਹੈਗੀ ਆ ਉਹ ਪਾਰਲੀਮੈਂਟ ਸਟੇਕ ਹੋਲਡਰ ਹੈਗੀ ਆ। ਲੋਕ ਸਭਾ 'ਚ ਸਾਡੇ ਕਰੀਬ ਪੌਣੇ 200 ਆਦਮੀ ਆ, ਇੱਧਰ ਬਾਹਰ ਰਾਜ ਸਭਾ 'ਚ ਤਾਂ ਕਰੀਬ ਬਰਾਬਰ ਲੋਕ ਨੇ। ਤੇ ਅਸੀਂ ਇਹਨਾਂ ਨੂੰ 4-5 ਮੁੱਦਿਆਂ ਤੇ ਕਹਿ ਰਹੇ ਸੀ ਕਿ ਬਈ ਉਹਨਾਂ ਤੇ ਡਿਸਕਸ਼ਨ ਕਰਾਓ, ਪੈਗਾਸਸ ਤੇ ਡਿਸਕਸ਼ਨ ਕਰਾਓ, ਫਾਰਮ ਲਾਅ ਦੀ ਵਿਡਰੋਲ ਤੇ ਡਿਸਕਸ਼ਨ ਕਰਾਓ, ਪੈਟਰੋਲ ਜਿਹੜਾ 100 ਰੁਪਏ ਲੀਟਰ ਹੋ ਗਿਆ, ਡੀਜ਼ਲ 90 ਰੁਪਏ ਹੋ ਗਿਆ, ਔਰ ਜਿਹੜਾ ਕੋਵਿਡ ਦੀ ਤੁਸੀਂ ਮਿਸਮੈਨੇਜਮੈਂਟ ਕੀਤੀ ਆ, ਵੈਕਸੀਨੇਸ਼ਨ ਨਹੀਂ ਆ, ਮਹਿੰਗਾਈ ਹੈਗੀ ਆ, ਅਨਇੰਪਲੋਇਮੈਂਟ ਆ। ਅਸੀਂ ਇਹ ਸਾਰੇ ਮੁੱਦਿਆਂ ਤੇ ਇਹਨਾਂ ਨੂੰ ਕਹਿੰਦੇ ਸੀ ਕਿ ਵਾਰੀ ਡਿਸਕਸ਼ਨ ਰੱਖੋ। ਤੁਸੀਂ ਹੁਣ ਇਹ ਕਰੋ, ਪਾਰਲੀਮੈਂਟ ਖਤਮ ਹੋ ਗਈ, ਦੋਵੇਂ ਸਦਨ ਖਤਮ ਹੋ ਗਏ, ਤੁਸੀਂ ਸੂਚੀ ਕੱਢ ਲਓ ਜਿਹੜੀ ਇਹਨਾਂ ਨੇ ਇੰਨੇ ਦਿਨ ਰੱਖੀ ਆ। ਸਾਡਾ ਇੱਕ ਵੀ ਸੁਜੈਸ਼ਨ ਇਹਨਾਂ ਨਹੀਂ ਮੰਨਿਆ, ਇਸ ਕਰਕੇ ਅਸੀਂ ਪਾਰਲੀਮੈਂਟ ਦੇ ਬਾਹਰ ਇਹਨਾਂ ਦਾ ਹੁਣ ਵਿਰੋਧ ਕਰ ਰਹੇ ਹਾਂ। ਇਹ ਬਿੱਲ ਪਾਸ ਜਦੋਂ ਬਣਾਏ ਨੇ ਇਹ ਇਹਨਾਂ ਨੇ ਕਿਸਾਨਾਂ ਨੂੰ ਮਾਰਤਾ। ਇਹ ਹਰਸਿਮਰਤ ਕੌਰ ਉਦੋਂ ਵਿੱਚ ਬੈਠੀ ਸੀ। ਤੇ ਅੱਜ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ, ਜਿਹੜੀ ਹਰਸਿਮਰਤ ਕੌਰ ਕੱਲ ਉਹਨਾਂ ਨੇ ਮੀਡੀਆ 'ਚ ਗੱਲ ਕਹੀ, ਉਹ ਇਹ ਦੱਸ ਦੇਣ ਬਈ ਉਹਨਾਂ ਦੇ ਅਕਾਲੀ ਦਲ ਦੇ ਪ੍ਰਧਾਨ ਸਭ ਤੋਂ ਵੱਧ ਗੈਰ ਹਾਜ਼ਰੀ ਜੇ ਇਹ ਪਾਰਲੀਮੈਂਟ 'ਚ ਰਹੀ ਆ ਜਦੋਂ ਬਿੱਲਾਂ ਤੇ ਜਦੋਂ ਕਿਸਾਨਾਂ ਨੇ ਕਿਹਾ ਸੀ ਵੀ ਇੱਕ ਦਿਨ ਵੀ ਤੁਸੀਂ ਗੈਰ ਹਾਜ਼ਰ ਨਹੀਂ ਹੋਣਾ, ਸਭ ਤੋਂ ਵੱਧ ਜੇ ਕੋਈ ਐਮਪੀ ਗੈਰ ਹਾਜ਼ਰ ਰਿਹਾ ਪੰਜਾਬ ਦੇ ਐਮਪੀਆਂ 'ਚੋਂ, ਉਹ 15-16 ਦਿਨ ਜਿਹੜੇ ਆ ਉਹਦੇ ਵਿੱਚੋਂ ਇੱਕ ਹਫ਼ਤਾ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਆ, ਉਹ ਸੈਸ਼ਨ 'ਚੋਂ ਗਾਇਬ ਰਿਹਾ। ਹਾਜ਼ਰੀਆਂ ਚੈੱਕ ਕਰ ਲਓ। ਇਹ ਪਤਾ ਨਹੀਂ ਜੇ ਹਰਸਿਮਰਤ ਆਪ ਹੀ ਸਾਈਨ ਕਰੀ ਗਏ ਉਹਨਾਂ ਦੀ ਥਾਂ ਤਾਂ ਪਤਾ ਨਹੀਂ, ਬਾਕੀ ਪੰਜਾਬ 'ਚ ਉਹਨਾਂ ਦੀਆਂ ਹਾਜ਼ਰੀਆਂ ਦੇਖ ਲਿਓ। ਇਸ ਕਰਕੇ ਹਰਸਿਮਰਤ ਹੋਣੀ ਮੈਂ ਦੇਖਿਆ ਕਿਸੇ ਇਹ ਗੱਲ ਜਸਟੀਫਾਈ ਨਹੀਂ ਕਰ ਸਕਦੇ ਕਦੇ ਵੀ। ਇਹ ਗੱਲ ਕਹਿੰਦੇ ਆ ਮਿਲ ਕੇ ਆ ਜਿਹੜਾ ਹਾਲ ਕੱਲ ਹੋਇਆ ਕਾਂਗਰਸ ਦੇ ਮੈਂਬਰ ਬਾਜਵਾ ਸਾਹਿਬ ਨੇ ਕੀ ਕੁਛ ਕੀਤਾ, ਤੇ ਇਹ ਕਿਉਂ ਕਰਨਾ ਪਿਆ? ਤੁਸੀਂ ਕਿਉਂ ਨਾ ਹਾਊਸ ਦੇ ਵਿੱਚ ਕੀਤਾ ਕੁਛ? ਉਧਰ ਬੀਤੇ ਦਿਨੀ ਰਾਕੇਸ਼ ਟਕੈਤ ਚੰਡੀਗੜ੍ਹ ਪਹੁੰਚੇ ਸੀ। ਚੰਡੀਗੜ੍ਹ ਦੇ ਵਿੱਚ ਹਾਲਾਂਕਿ ਧਾਰਾ 144 ਲਾਗੂ ਸੀ, ਪਰ ਇਸ ਦੇ ਬਾਵਜੂਦ ਵੀ ਰਾਕੇਸ਼ ਟਕੈਤ ਸਾਰੇ ਚੌਂਕਾਂ ਦੇ ਵਿੱਚ ਪਹੁੰਚੇ। ਇਸ ਦਰਮਿਆਨ ਉਹ ਮਟਕਾ ਚੌਂਕ ਦੇ ਉੱਤੇ ਬੈਠੇ ਬਾਬਾ ਲਾਭ ਸਿੰਘ ਹੋਣਾ ਦੇ ਕੋਲ ਵੀ ਪਹੁੰਚੇ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਤੇ ਨਾਲ ਹੀ ਰਾਕੇਸ਼ ਟਕੈਤ ਨੇ ਵੱਡੇ ਬਿਆਨ ਕੇਂਦਰ ਦੀ ਸਰਕਾਰ ਦੇ ਉੱਤੇ ਵੀ ਤਾਕੇ ਨੇ। आज चंडीगढ़ आए, आज चंडीगढ़ के चौक देखने आए यहाँ पे, और चौक पे तो ये पूरा अगर चंडीगढ़ को बंद करना हो तो ये तो अंदर ही इतनी जत्थेबंदी है कि बंद कर लेगी। सारा किसान तो अंदर ही रह रहा चंडीगढ़ में। ये इनका संघर्ष मजबूत संघर्ष है। चंडीगढ़ के जो शहर में लोग रहते हैं इनका भी मजबूत संघर्ष है, और पूरा जो दिल्ली में आंदोलन चल रहा है उसके साथ में ये लोग हैं सब। ਤੇ ਉਧਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਧਿਰਾਂ ਦੀ ਵੱਲੋਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਜ਼ੋਰ ਲਾਇਆ ਜਾ ਰਿਹਾ ਤੇ ਇਸੇ ਕੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵੱਲੋਂ ਵੀ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਦੇ ਲਈ ਇੱਕ ਨਵਾਂ ਗੱਠਜੋੜ ਕੀਤਾ ਗਿਆ। ਇਸ ਨਵੇਂ ਗੱਠਜੋੜ ਦੇ ਵਿੱਚ ਅਕਾਲੀ ਦਲ ਸੰਯੁਕਤ ਨੇ ਆਪਣਾ ਭਾਈਬਲ ਬਣਾਇਆ ਹੈ ਭੀਮ ਆਰਮੀ ਨੂੰ। ਜੀ ਹਾਂ, ਭੀਮ ਆਰਮੀ ਦੇ ਨਾਲ ਗੱਠਜੋੜ ਕਰ ਲਿਆ ਗਿਆ ਹੈ ਸੰਯੁਕਤ ਅਕਾਲੀ ਦਲ ਦੇ ਵੱਲੋਂ। ਅਕਾਲੀ ਦਲ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦੇ ਨਾਲ ਰਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਹੁਤ ਵੱਡੀ ਟੱਕਰ ਦੇਵਾਂਗੇ। ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ ਇੱਕ ਇੱਛਾ ਹੈ ਕਿ ਇੱਕ ਐਸਾ ਫਰੰਟ ਬਣੇ, ਥਰਡ ਫਰੰਟ, ਜਿਹੜੇ ਲੋਕ ਉਹਨਾਂ ਤੋਂ ਤੰਗ ਹੋਏ ਨੇ, ਥਰਡ ਫਰੰਟ ਕਹਿ ਲਓ, ਫੋਰਥ ਫਰੰਟ ਕਹਿ ਲਓ, ਉਹਦੀ ਅੱਜ ਨੀਂਹ ਰੱਖਣ ਲੱਗੇ ਆ, ਜਿਹਦੇ ਵਿੱਚ ਬਾਬੂ ਕਾਸ਼ੀ ਰਾਮ ਜੀ ਦੀ ਭੈਣ ਦੀ ਸਰਪ੍ਰਸਤੀ ਹੈ ਸਾਡੇ ਨਾਲ, ਔਰ ਇਹਨਾਂ ਦਾ ਜੋ ਆਜ਼ਾਦ ਗਰੁੱਪ ਹੈ ਜਿਨ੍ਹਾਂ ਨੇ ਬਹੁਤ ਵੱਡਾ ਚੈਲੰਜ ਯੂਪੀ 'ਚ ਵੀ ਮਾਇਆਵਤੀ ਜੀ ਨੂੰ ਕੀਤਾ, ਔਰ ਅੱਜ ਸਾਡੇ ਨਾਲ ਲੜ ਕੇ ਇਹਨਾਂ ਦੀ ਭੀਮ ਆਰਮੀ ਹੈ, ਦੂਸਰੇ ਨੇ, ਇਹ ਅੱਜ ਸਾਡੇ ਨਾਲ ਲੜ ਰਹੇ ਨੇ। ਇਸ ਕਰਕੇ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਅੱਜ ਜਿੰਨੇ ਮੈਂ ਨਾਂ ਲਏ ਨੇ ਤਾਂ ਲਏ ਨੇ ਕਿ ਇਹ ਸਾਡੇ ਨਾਲ
ਅੱਜ ਫਰੰਟ ਵਿੱਚ ਜੁਆਇਨ ਕਰ ਰਹੇ ਨੇ। ਮੈਂ ਇਹਨਾਂ ਨੂੰ ਜੀ ਆਇਆਂ ਕਹਿਣਾ, ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਆ ਕੇ ਸਾਡੇ ਵਿੱਚ ਜੁਆਇਨ ਵੀ ਕੀਤਾ ਔਰ ਇਹ ਸਾਡੇ ਨਾਲ ਤੁਰੇ ਨੇ। ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਕਿਉਂਕਿ ਲੋਕਾਂ ਨੇ ਇੱਕ ਮਨ ਵਿੱਚ ਹੈ, ਕਿਉਂਕਿ ਜਿੱਥੇ ਵੀ ਜਾਓ ਕਹਿੰਦੇ ਜੀ ਇਹ ਨਾ ਬੀਜੇਪੀ ਨੂੰ ਕੋਈ ਚਾਹੁੰਦਾ, ਨਾ ਕਾਂਗਰਸ ਨੂੰ ਕੋਈ ਚਾਹੁੰਦਾ ਤੇ ਨਾ ਹੀ ਬਾਦਲਾਂ ਨੂੰ ਕੋਈ ਚਾਹੁੰਦਾ। ਉਹ ਚਾਹੁੰਦੇ ਆ ਕਿ ਕੋਈ ਐਸਾ ਫਰੰਟ ਬਣੇ। ਉਹ ਅੱਜ ਅਸੀਂ ਨਹੀਂ ਰੱਖਿਆ ਤੇ ਅੱਜ ਅਸੀਂ ਹਾਲਾਂਕਿ ਅਸੀਂ ਇਕੱਠੇ ਹੋਣਾ ਸੀ, ਪਰ ਜਨਤਾ ਦਾ ਸੈਕੂਲਰ ਨੂੰ ਪਤਾ ਲੱਗਿਆ, ਦੂਸਰੇ ਜਨਤਾ ਨੂੰ ਯੂਨਾਈਟਿਡ ਨੂੰ ਪਤਾ ਲੱਗਿਆ। ਉਹ ਆ ਕੇ ਸਾਡੇ ਨਾਲ ਆ ਕੇ ਉਹਨਾਂ ਨੇ ਆ ਕੇ ਕਿਹਾ ਵੀ ਅਸੀਂ ਭਾਵੇਂ ਪਹਿਲਾਂ ਵੀ ਤੁਹਾਡੇ ਨਾਲ ਆਇਆ, ਪਰ ਅੱਜ ਫਿਰ ਤੁਹਾਡੇ ਉਸ ਫਰੰਟ ਵਿੱਚ ਅਸੀਂ ਸ਼ਾਮਲ ਹੋਣ ਲੱਗਿਆ। ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀਆਂ ਗੈਂਗਵਾਰਾਂ ਦੇ ਦਰਮਿਆਨ ਪੰਜਾਬ ਦੇ ਨੌਜਵਾਨ ਇਸ ਦੁਨੀਆ ਤੋਂ ਜਾ ਰਹੇ ਨੇ, ਜਿਸ ਨੂੰ ਲੈ ਕੇ ਹੁਣ ਪੰਜਾਬ ਦੀ ਮੌਜੂਦਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਪੰਜਾਬ ਦੇ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜੋ ਕਦੇ ਪੰਜਾਬ ਦੇ ਵਿੱਚ ਸੋਚੀਆਂ ਵੀ ਨਹੀਂ ਸੀ ਗਈਆਂ। ਦੇਖੋ, ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਬਹੁਤ ਹੀ ਤਰਸਯੋਗ। ਕੋਈ ਦਿਨ ਨਹੀਂ ਹੁੰਦਾ ਜਿੱਦਣ ਕੋਈ ਵੱਡੀ ਲੁੱਟ ਨਾ ਹੋਵੇ, ਡਾਕਾ ਨਾ ਵੱਜੇ, ਬੈਂਕ ਲੁੱਟੇ ਜਾ ਰਹੇ ਆ, ਕਤਲ ਹੋ ਰਹੇ ਆ, ਹਰ ਤਰ੍ਹਾਂ ਦਾ ਵਾਇਲੈਂਸ ਜਿਹੜਾ ਸਟੇਟ ਦੇ ਵਿੱਚ ਸਾਰੀਆਂ ਲਿਮਿਟਸ ਕ੍ਰਾਸ ਕਰਕੇ। ਨਾ ਕੋਈ ਸੜਕ ਤੇ ਤੁਰੇ ਜਾਂਦਾ ਬੰਦਾ ਸੇਫ ਹੈ, ਨਾ ਕੋਈ ਘਰ 'ਚ ਬੈਠਾ ਸੇਫ ਹੈ, ਨਾ ਕੋਈ ਡਿਊਟੀ ਤੇ ਬੈਠਾ ਬੰਦਾ ਸੇਫ ਹੈ। ਕਿਸੇ ਥਾਂ ਦੇ ਉੱਤੇ ਵੀ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿ ਤੁਸੀਂ ਪ੍ਰੋਪਰਲੀ ਜਿਹੜੀ ਹੈ ਸੇਫਟੀ ਦੇ ਨਾਲ ਬੈਠੇ। ਪੁਲਿਸ ਨੇ ਇੱਕ ਸੌਖਾ ਕੰਮ ਲੱਭ ਲਿਆ ਕਿ ਜਿਹੜਾ ਵੀ ਕੋਈ ਇਹੋ ਜਿਹੀ ਵਾਰਦਾਤ ਹੋਈ ਉਹਨੂੰ ਗੈਂਗਸਟਰ ਦਾ ਨਾਮ ਦੇ ਕੇ ਤੇ ਇੱਕ ਵੱਖਰੀ ਕੈਟਾਗਰੀ 'ਚ ਨਿਯਤ ਕਰ। ਹਰ ਚੀਜ਼ ਦੀ ਵੱਖਰੀ ਤੇ ਗੰਭੀਰਤਾ ਦੇ ਨਾਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸਹੀ ਤੱਥ ਲੱਭਣੇ ਚਾਹੀਦੇ ਆ ਕ੍ਰਾਈਮ ਦੇ ਔਰ ਸਹੀ ਬੰਦੇ ਲੱਭਣੇ ਚਾਹੀਦੇ। ਇਹਦੇ ਨਾਲ ਢਿੱਡ ਨਹੀਂ ਭਰਦਾ ਕਿ ਤੁਸੀਂ ਅੱਜ ਹਾਲੇ ਕੋਈ ਵੱਡੀ ਘਟਨਾ ਹੁੰਦੀ ਹੈ, ਕੱਲ੍ਹ ਨੂੰ ਤੁਸੀਂ ਉਹਨੂੰ ਗੈਂਗਸਟਰ ਦਾ ਨਾਮ ਦੇ ਕੇ ਤੇ ਉਹਨੂੰ ਖਤਮ ਕਰ ਦਿੰਦੇ ਹੋ। ਇਹਦੇ ਨਾਲ ਕਈ ਵਾਰੀ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਉਹ ਬਹੁਤ ਤੇ ਬਦਨਾਮ ਹੋ ਜਾਂਦਾ ਕਿ ਨੌਜਵਾਨ ਕਿਸੇ ਦੀ ਡੈਥ ਹੋ ਗਈ, ਪੁਲਿਸ ਦਾ ਇੱਕ ਆਮ ਵਰਸ਼ਨ ਬਣ ਗਿਆ ਕਿ ਇਹ ਗੈਂਗਵਾਰ। ਇਹਦੇ ਪਿੱਛੇ ਤੱਥ ਕੀ ਸੀ, ਸਾਜ਼ਿਸ਼ ਕੀ ਸੀ, ਹਰ ਚੀਜ਼ ਦੀ ਇੱਕ ਡੀਪਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਮੈਰਿਟ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਕਤਲ ਬਾਅਦ 'ਚ ਹੁੰਦਾ, ਪੁਲਿਸ ਤਾਂ 3 ਘੰਟੇ ਲੇਟ ਪਹੁੰਚਦੀ ਹੈ ਤੇ ਜਿਹੜਾ ਨਤੀਜਾ 5 ਮਿੰਟਾਂ 'ਚ ਕੱਢ ਦਿੰਦੀ ਹੈ ਕਿ ਕੰਮ ਮੁੱਕਿਆ ਜੀ, ਗੈਂਗਵਾਰ ਸੀਗੀ। ਕਿਉਂ ਸੀਗੀ, ਕਾਰਨ ਕੀ ਸੀ, ਕਿਸ ਗੱਲ ਦੀ ਡਿਸਪਿਊਟ ਸੀ। ਇਹ ਜਿੰਨੀ ਦੇਰ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਨਾ ਹੋਵੇ ਪੁਲਿਸ ਨੂੰ ਉਨੀ ਦੇਰ ਤੱਕ ਕੋਈ ਗਲਤ ਇਨਫੋਰਮੇਸ਼ਨ ਦੇਣੀ ਨਹੀਂ ਚਾਹੀਦੀ। ਪੰਜਾਬ ਦੇ ਵਿੱਚ ਹੋਈ ਪਟਵਾਰੀ ਪ੍ਰੀਖਿਆ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਇਸ ਪਟਵਾਰੀ ਪ੍ਰੀਖਿਆ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸ ਪਟਵਾਰੀ ਪ੍ਰੀਖਿਆ ਦੇ ਦਰਮਿਆਨ ਵੱਡੀ ਧਾਂਦਲੀ ਹੋਣ ਦੀਆਂ ਗੱਲਾਂ ਵਿਰੋਧੀ ਅਤੇ ਸਾਰੀਆਂ ਧਿਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਪਟਵਾਰੀ ਪ੍ਰੀਖਿਆ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ ਧੱਕਾ ਕੀਤਾ ਗਿਆ ਹੈ ਕਿ ਕੁਝ ਇਸ ਮੌਕੇ ਦੇ ਉੱਤੇ ਆਮ ਆਦਮੀ ਦੇ ਪਾਰਟੀ ਦੇ ਬੁਲਾਰੇ ਦਾ ਕਹਿਣਾ ਹੈ, ਉਹ ਸੁਣੋ। ਪੰਜਾਬ ਦੇ ਵਿੱਚ ਪਟਵਾਰੀਆਂ ਦੀ ਭਰਤੀ ਜਿਹੜੀ ਟੈਸਟ ਹੋਇਆ, ਉਸ ਟੈਸਟ ਦੇ ਵਿੱਚ ਕਰੀਬ 2,10,000 ਸਾਡੇ ਬੇਰੁਜ਼ਗਾਰ ਸਾਥੀ ਉਸ ਟੈਸਟ ਦੇ ਵਿੱਚ ਅਪੀਅਰ ਹੋਏ ਸਨ। ਪਰ ਸਭ ਤੋਂ ਪਹਿਲਾਂ ਤਾਂ ਜਿਹੜਾ ਐਸਐਸ ਬੋਰਡ ਹੈ ਜਿਹਨੇ ਟੈਸਟ ਕੰਡਕਟ ਕੀਤਾ, ਉਹਨੇ 800 ਰੁਪਏ ਫੀਸ ਲੈ ਕੇ ਸਾਡੇ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਉਹਨਾਂ ਲਈ ਪੀਣ ਵਾਲੇ ਪਾਣੀ ਤੱਕ ਦਾ ਬੰਦੋਬਸਤ ਨਹੀਂ ਕੀਤਾ, ਜਿਸ ਕਰਕੇ ਉਹਨੂੰ ਬਹੁਤ ਜ਼ਿਆਦਾ ਹਰਾਸ ਹੋਣਾ ਪਿਆ। ਉਹਨਾਂ ਦੇ ਜਿਹੜੇ ਸੈਂਟਰ ਹੈ ਉਹ 2-2 ਜ਼ਿਲ੍ਹੇ ਟੱਪ ਕੇ ਬਣਾਏ ਗਏ। ਮੋਹਾਲੀ ਵਾਲਿਆਂ ਦੇ ਕੋਟਕਪੂਰੇ ਬਣਾਤੇ, ਬਠਿੰਡੇ ਵਾਲਿਆਂ ਦੇ ਜਲੰਧਰ ਬਣਾਤੇ, ਐਡੀ ਦੂਰ ਉਹਨਾਂ ਦੇ ਸੈਂਟਰ ਬਣਾਏ ਗਏ। ਪਰ ਹੁਣ ਇੱਕ ਨਵਾਂ ਨਾਦਰਸ਼ਾਹੀ ਫਰਮਾਨ ਪੰਜਾਬ ਸਰਕਾਰ ਦੇ ਐਸਐਸ ਬੋਰਡ ਨੇ ਜਾਰੀ ਕਰ ਦਿੱਤਾ ਕਿ ਇਹਨਾਂ ਜਿਹੜਾ ਪਟਵਾਰੀ ਦਾ ਪੇਪਰ ਹੋਇਆ ਸੀਗਾ, ਇਹਦੇ 'ਚ 5 ਸਵਾਲ ਗਲਤ ਹੋਣ ਦਾ ਦਾਅਵਾ ਵੱਖ-ਵੱਖ ਮਾਹਰਾਂ ਵੱਲੋਂ ਔਰ ਜਿਹੜੇ ਉਮੀਦਵਾਰ ਹੈ ਉਹਨਾਂ ਵੱਲੋਂ ਕੀਤਾ ਗਿਆ ਸੀ। ਪਰ ਐਸਐਸ ਬੋਰਡ ਨੇ ਉਸ ਚੀਜ਼ 'ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਲੈਰੀਫਿਕੇਸ਼ਨ ਦੇਣ ਦੀ ਬਜਾਏ ਉਲਟਾ ਕਹਿੰਦੇ ਜੀ ਜਿਹਨੂੰ ਸਵਾਲ ਗਲਤ ਲੱਗਦੇ ਆ ਉਹ 500 ਰੁਪਈਆ ਪ੍ਰਤੀ ਸਵਾਲ ਪਹਿਲਾਂ ਫੀਸ ਜਮ੍ਹਾਂ ਕਰਾਓ ਫਿਰ ਗੱਲ ਕਰਾਂਗੇ। ਮਤਲਬ ਜੇ 5 ਸਵਾਲ ਗਲਤ ਨੇ ਤਾਂ ਹਰ ਉਮੀਦਵਾਰ ਨੂੰ ਪਹਿਲਾਂ 2500 ਰੁਪਇਆ ਜਿਹੜਾ ਉਹ ਜਮ੍ਹਾਂ ਕਰਾਉਣਾ ਪਏਗਾ। ਜੇ 2,10,000 ਉਮੀਦਵਾਰ ਨੇ ਤਾਂ ਇਹ ਸਾਰਿਆਂ ਦੇ ਕੋਲੋਂ ਕਰੀਬ 53 ਕਰੋੜ ਰੁਪਈਆ ਇਕੱਠਾ ਕਰਨ ਦਾ ਜਿਹੜਾ ਪਲਾਨ ਹੈ ਉਹ ਐਸਐਸ ਬੋਰਡ ਦੇ ਚੇਅਰਮੈਨ ਬਹਿਲ ਸਾਹਿਬ ਨੇ, ਜਿਸ ਕੈਪਟਨ ਸਾਹਿਬ ਦੀ ਸਰਪ੍ਰਸਤੀ 'ਚ, ਸਿੱਧੂ ਸਾਹਿਬ ਦੀ ਸਰਪ੍ਰਸਤੀ 'ਚ ਨਵਾਂ ਪਲਾਨ, ਨਵਾਂ ਧੰਦਾ ਸ਼ੁਰੂ ਕਰਤਾ। ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਸ਼ਰਮ ਚਾਹੀਦੀ ਹੈ। ਉਧਰ ਰਾਏਕੋਟ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਵੱਡਾ ਵੱਲ ਮਿਲਿਆ ਹੈ। ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਦਲ ਦੇ ਪੁਰਾਣੇ ਅਤੇ ਸੀਨੀਅਰ ਆਗੂਆਂ ਨੇ
ਆਪ ਨੂੰ ਜੁਆਇਨ ਕਰ ਲਿਆ ਹੈ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਰਾਏਕੋਟ ਦੇ ਵਿੱਚੋਂ ਮਿਲਿਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀਆਂ ਰਣਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਰੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ। काफ़ी इस चीज़ की खुशी हो रही है कि आम आदमी पार्टी दियाँ और खास करके केजरीवाल जो मॉडल की जी एक्सैप्टेबिलिटी है अक्रॉस पंजाब वो हो रही हैगी है और वड्डी तादाद दे विच इन्हां नीतियों तो प्रभावित होकर पंजाब दे लोग पंजाब दे लीडर आम आदमी पार्टी दे विच आ रहे हैं। अज सरदार मुल्ख राज सिंह जी ਜਿਹੜੇ ਕਿ ਵਿਦਿਆਰਥੀ ਜੀਵਨ ਤੋਂ ਹੀ ਆਪਣੇ ਰਾਜਨੀਤਿਕ ਖੇਤਰ ਦੇ ਵਿੱਚ ਨੇ, ਇਹ 1998 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਂਸਲਰ ਦੀ ਚੋਣ ਜਿੱਤੀ ਤੇ ਲੋਕਾਂ ਦੀ ਸੇਵਾ ਕੀਤੀ ਉੱਥੇ। ਉਸ ਤੋਂ ਬਾਅਦ 3 ਵਾਰ ਨਗਰ ਕੌਂਸਲ ਰਾਏਕੋਟ ਦੇ ਮੀਤ ਪ੍ਰਧਾਨ ਵੀ ਰਹੇ ਤੇ 2008 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਂਸਲਰ ਦੀ ਚੋਣ ਜਿੱਤੀ ਤੇ ਕੌਂਸਲਰ ਬਣ ਕੇ ਲੋਕਾਂ ਦੀ ਸੇਵਾ ਕੀਤੀ। ਉਸ ਤੋਂ ਬਾਅਦ 2015 ਦੇ ਵਿੱਚ ਆਜ਼ਾਦ ਕੌਂਸਲਰ ਦੀ ਚੋਣ ਜਿੱਤੀ ਤੇ ਲੋਕਾਂ ਦੀ ਸੇਵਾ ਕੀਤੀ। ਮੈਂ ਬੇਨਤੀ ਕਰੂੰਗਾ ਸਾਡੇ ਲੀਡਰ ਆਫ ਆਪੋਜੀਸ਼ਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਕਿ ਉਹ ਸਰੋਪਾ ਪਾ ਕੇ ਸਰਦਾਰ ਮੁਲਖ ਰਾਜ ਸਿੰਘ ਜੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਇਆਂ ਆਖਣ। ਕਹਿੰਦੇ ਨੇ ਜਦੋਂ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਉਹ ਇਸ ਕਦਰ ਟੁੱਟਦਾ ਹੈ ਕਿ ਤੁਹਾਨੂੰ ਸੰਭਲਣ ਦੇ ਲਈ ਥਾਂ ਨਹੀਂ ਮਿਲਦੀ। ਜੀ ਹਾਂ, ਅਜਿਹੀਆਂ ਹੀ ਕੋਈ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਜਿੱਥੇ ਇੱਕ ਬਜ਼ੁਰਗ ਬੀਬੀ ਪਿਛਲੇ 21 ਸਾਲਾਂ ਤੋਂ ਜਿੱਥੇ ਇਕੱਲੀ ਰਹਿ ਰਹੀ ਹੈ, ਉੱਥੇ ਹੀ ਉਸ ਦੇ ਉੱਤੇ ਕੁਦਰਤ ਦਾ ਵੀ ਕਹਿਰ ਰਿਹਾ ਹੈ। ਉਸ ਦਾ ਕੱਚਾ ਮਕਾਨ ਸੀ ਜਿਸ ਦੀ ਮਕਾਨ ਦੀ ਛੱਤ ਤੱਕ ਡਿੱਗ ਚੁੱਕੀ ਹੈ ਤੇ ਇਹ ਬਜ਼ੁਰਗ ਬੀਬੀ ਇਸੇ ਮਕਾਨ ਦੇ ਵਿੱਚ ਆਪਣਾ ਗੁਜ਼ਰ ਬਸਰ ਕਰ ਰਹੀ ਹੈ ਤੇ ਇਸ ਬੀਬੀ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਕੁਝ ਇਸ ਬੀਬੀ ਦੇ ਵੱਲੋਂ ਆਖਿਆ ਗਿਆ। ਇਹਨਾਂ ਦੀ ਹੀ ਜ਼ੁਬਾਨੀ ਇਹਨਾਂ ਦਾ ਦੁੱਖ ਤੁਹਾਨੂੰ ਸੁਣਾਵਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਾਤਾ ਸਿੰਦਰ ਕੌਰ ਆ ਜੀ। ਇਹ ਪਿਛਲੇ 20 ਸਾਲ 21 ਸਾਲ ਤੋਂ ਘਰ ਦੇ ਵਿੱਚ ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀ, ਜੋ ਕਿ ਇਹਨਾਂ ਦੇ ਸਾਰੀ ਹੀ ਫੈਮਿਲੀ ਦੇ ਵਿੱਚ ਇੱਕ ਜਿਹੜੀ ਟੀਵੀ ਦੀ ਬਿਮਾਰੀ ਹੈ ਇਹਨਾਂ ਦਾ ਪਰਿਵਾਰ ਬਿਮਾਰ ਰਹਿੰਦਾ ਸੀ ਤੇ ਇਹਦਾ ਬੇਟਾ ਇਹਦੇ ਨਾਲ ਸੀਗਾ ਜਿਹੜਾ ਛੋਟਾ, ਤੇ ਉਹਨੂੰ ਬਿਮਾਰੀ ਕਾਰਨ ਉਹ ਬਿਮਾਰ ਰਹਿ ਰਿਹਾ ਸੀ ਬਹੁਤ ਲੰਬੇ ਸਮੇਂ ਤੋਂ, ਮੌਤ ਹੋ ਗਈ ਸੀ ਉਹਦੀ। ਤੇ ਮਾਤਾ ਦੀ ਨੂੰਹ ਉਸੇ ਦਿਨ ਮਤਲਬ ਚੱਲ ਗਈ ਸੀ ਤੇ ਇੱਕ ਇਹਦੀ ਛੋਟੀ ਉਦੋਂ ਪੋਤੀ ਸੀ, ਉਸ ਵਕਤ ਹੁਣ 16-17 ਸਾਲ ਦੀ ਉਹਦੀ ਉਮਰ ਹੋਊਗੀ। ਤੇ ਮਾਤਾ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਕੱਲੀ ਰਹਿ ਰਹੀ ਹੈ। ਇੱਥੇ ਵਿਚਾਰੀ ਮਾਤਾ ਦਾ ਕੋਈ ਸਾਂਭ ਸੰਭਾਲ ਹੈ ਜਿਹੜੀ ਆਂਢ ਗੁਆਂਢ ਹੀ ਕਰਦਾ ਹੈ ਤੇ ਪਿੰਡ ਦੇ ਵਿੱਚੋਂ ਵਿਚਾਰੀ ਕਿਸੇ ਦੇ ਮਾਂਜਾ ਮਾਰਿਆ ਜੀ, ਗੋਹਾ ਕੂੜਾ ਕਰਿਆ ਜੀ, ਤੇ ਇਹਨੂੰ ਕੋਈ ਵੀ ਜਵਾਬ ਨਹੀਂ ਦਿੰਦਾ ਰੋਟੀ ਟੁੱਕ ਨੂੰ। ਇਹਦੇ ਜੋ ਘਰ ਦੀ ਹਾਲਤ ਆ ਤੁਸੀਂ ਵੀਰ ਜੀ ਦੇਖ ਹੀ ਲਈ, ਬਹੁਤ ਹੀ ਮਾੜੀ ਹਾਲਤ ਹੈ। ਤੇ ਕਦੇ ਨਾ ਕਦੇ ਇਹ ਮਾਤਾ ਦਾ ਜਿਹੜਾ ਬੁਢਾਪਾ ਇੱਥੇ ਰੁਲ ਰਿਹਾ ਤੇ ਇਹਦੇ ਉੱਤੇ ਕਦੋਂ ਵੀ ਹਾਦਸਾ, ਇਹਦੇ ਨਾਲ ਮੀਂਹ ਮੌਸਮ ਨਾਲ ਦੀ ਛੱਤ ਦੇਖੋ ਡਿੱਗੀ ਹੋਈ ਹੈ ਤੇ ਕਦੋਂ ਵੀ ਇਹ ਮਾਤਾ ਹਾਦਸੇ ਦਾ ਸ਼ਿਕਾਰ ਹੋ ਸਕਦੀ ਹੈ। ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹ ਮਾਤਾ ਦੀ ਜਿਹੜੀ ਹਾਲਤ ਹੈਗੀ ਘਰ-ਬਾਰ ਦੀ ਬਹੁਤ ਹੀ ਮਾੜੀ ਹੈ ਤੇ ਮੀਂਹ ਨਾਲ ਇਹਨਾਂ ਦੇ ਮਕਾਨ ਦੀ ਛੱਤ ਡਿੱਗ ਚੁੱਕੀ ਹੈ ਤੇ ਇਹਦੀ ਮਦਦ ਕੀਤੀ ਜਾਏ ਮਾਤਾ ਦੀ। ਕੱਲੇ ਫਿਰ ਹੋਰ ਕੀ ਕਰੀਏ ਜੀ, ਕੱਲੀ ਜਣੀਏ ਮੈਂ ਤਾਂ ਛੱਤ ਡਿੱਗ ਪਈ, ਕਦੇ ਕਿਸੇ ਦੇ ਪਾਈ ਜਾਂਦੀ, ਕਦੇ ਕਿਸੇ ਦੇ ਇੱਥੇ ਡਰਦੀ ਮੈਂ ਪੈਂਦੀ ਨਹੀਂ ਹੈ। ਪੁੱਤ ਮੁੱਕ ਗਿਆ ਤੀ ਟੀਵੀ ਨਾਲ, ਇੱਕ ਨੂੰ ਟੀਵੀ ਆ, ਮੈਨੂੰ ਆਪ ਨੂੰ ਵੀ ਮੈਂ ਮੈਨੂੰ ਦਵਾਈ ਬੂਟੀ ਲੈ ਲੈਣੀ ਜਦੋਂ ਬਾਹਲੀ ਡਿੱਗ ਪਾਣੀ ਹੈ। ਉਹ ਤਾਂ ਕਿਹੜੀ ਮਦਦ ਹੋਵੇ, ਉਹ ਤਾਂ ਆਪ ਦਵਾਈ ਬੂਈ ਕਰਦਾ ਹੈ। ਉਹ ਤਾਂ ਆਪਦਾ ਨਹੀਂ ਵੇਲਾ ਪੂਰਾ ਹੁੰਦਾ, ਤੜਕਾ ਲੱਗਦਾ ਫਿਰ ਦਿਨ ਤਾਂ ਇੱਧਰ ਕੱਟ ਲੈਣੀ ਹੈ, ਭਾਈ ਕਿਸੇ ਦੇ ਜਾਂਦੀ ਉੱਧਰ ਜਾ ਕੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੀਆਂ ਨਹੀਂ ਫਿਲਮ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।